ज्ञान ध्यान पूर्ण परमेश्वर हर हर कथा नित सुनिए राम। सतनाम श्री वाहेगुरु साहिब जीओ। तेरे कवन कवन गुण कह कह गावां, तू साहिब गुणी निधाना। तुमरी महिमा बरन ना सकूं, तू ठाकुर ऊच भगवाना। ऊंचा अगम अपार प्रभ, कथन न जाए अकथ। नानक प्रभ शरणागति, राखन को समरथ। परम सन्मानी योग हजूरे अनवर सरवरे कायनात वालिए दो जहान, जगताधार जगदीश्वर पार ब्रह्म, शब्द स्वरूप सतगुरु श्री गुरु ग्रंथ साहिब जी महाराज। सतगुरु जी दी पावन पवित्र हजूरी विखे शुभाएमान गुरु रूप खालसा सत संगत जीओ। प्रेम सत्कार सहित फतेह प्रवान करो जी। वाहिगुरु जी का खालसा वाहिगुरु जी की फतेह। गुरु प्यारी सत संगत जी, ये जरूरी नहीं भी ਜਿਹੜੇ ਅਸੀਂ ਸਟੇਜ ਤੇ ਬੈਠੇ ਆਂ ਵੀ ਫਤਿਹ ਸਿਰਫ ਅਸੀਂ ਬੁਲਾਉਣੀ ਹੈ। ਸਤਿਗੁਰਾਂ ਦੇ ਦਰ ਤੇ ਆਪਾਂ ਸਾਰੇ ਹੀ ਆਏ ਆ। ਫਤਿਹ ਸਾਰਿਆਂ ਨੇ ਮੰਗਣੀ ਹੈ ਮਹਾਰਾਜ ਜੀ ਤੋਂ, ਤੇ ਜੇ ਫਤਿਹ ਮੰਗਣੀ ਹੈ ਤੇ ਸਤਿਗੁਰਾਂ ਦੀ ਬਖਸ਼ੀ ਫਤਿਹ ਤਾਂ ਜ਼ਰੂਰ ਸਾਂਝੀ ਕਰਿਆ ਕਰੋ। ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਪ੍ਰੇਮ ਦੇ ਨਾਲ ਮਹਾਰਾਜ ਜੀਆਂ ਦੀ ਵਡਿਆਈ ਆਪਾਂ ਸ਼ਰਵਣ ਕਰ ਰਹੇ ਸੀ। ਔਰ ਗਿਆਨੀ ਜੀ ਹੋਰੇ ਆਪਾਂ ਨੂੰ ਮਹਾਰਾਜ ਜੀਆਂ ਦੇ ਜੋ ਕੁਲ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਆਂ ਦੀ, ਉਸ ਕੁਲ ਦੀ ਜੋ ਵਡਿਆਈ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਧੰਨ ਧੰਨ ਸੋ ਕੁਲ, ਕੁਲ ਨੂੰ ਵੀ ਧੰਨ ਕਿਹਾ, ਮਾਤਾ ਪਿਤਾ ਨੂੰ ਧੰਨ ਕਿਹਾ, ਕੁਲ ਨੂੰ ਧੰਨ ਕਿਹਾ। ਜਿਸ ਕੁਲ ਦੇ ਵਿੱਚ ਜਿਸ ਮਾਤਾ ਪਿਤਾ ਦੇ ਘਰ ਗੁਰੂ ਸਾਹਿਬ ਆਏ ਨੇ, ਉਹ ਮਾਤਾ ਪਿਤਾ ਧੰਨ ਮਾਤਾ ਤ੍ਰਿਪਤਾ ਜੀ, ਧੰਨ ਬਾਬਾ ਕਲਿਆਣ ਚੰਦ ਜੀ, ਉਹ ਧੰਨ ਨੇ, ਉਹ ਕੁਲ ਵੀ ਧੰਨ ਹੈ। ਤੇ ਦਾਤਾਰ ਨੇ ਕਹਿ ਦਿੱਤਾ ਤਿੰਨ ਬੇਦੀਆਂ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਈ। ਇਸ ਕੁਲ ਦਾ ਮਹਾਰਾਜ ਕਿੰਨਾ ਕੁ ਅਦਬ ਕਰਦੇ ਸਨ, ਕਿੰਨਾ ਕੁ ਸਤਿਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਕੁਲ ਦਾ। ਗੁਰੂ ਕੇ ਪਿਆਰਿਓ, ਇਤਿਹਾਸ ਦੇ ਵੱਲ ਨਜ਼ਰ ਮਾਰੀਏ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਤ ਸੰਗਤ, ਉਹ ਇਸ ਕੁਲ ਦਾ ਇੰਨਾ ਕੁ ਅਦਬ ਕਰਦੇ ਸਨ ਕਿ ਜਦੋਂ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਲਖਮੀ ਚੰਦ ਜੀ ਦੀ ਸ਼ਾਦੀ ਹੋਈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਆਪ ਬਰਾਤ ਦੇ ਵਿੱਚ ਹਾਜ਼ਰ ਸਨ। ਬਾਬਾ ਸ਼੍ਰੀ ਚੰਦ ਜੀ ਇੰਨਾ ਕੁ ਮਾਣ ਕਰਦੇ ਸਨ, ਕਹਿੰਦੇ ਜੋ ਪਿਤਾ ਜੀ ਵਾਲੇ ਕਾਰਜ ਨੇ ਨਾ, ਉਹ ਸਾਰੇ ਤੁਸੀਂ ਕਰਨੇ ਨੇ। ਆਖੋ ਸਤਨਾਮ ਸ਼੍ਰੀ। ਗੁਰੂ ਅਮਰਦਾਸ ਮਹਾਰਾਜ ਕਿੰਨਾ ਕੁ ਇਸ ਕੁਲ ਦਾ ਮਾਣ ਕਰਦੇ ਸਨ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਕੁਲ ਦੀ ਮਹਿਮਾ ਜੋ ਕਰਦੇ ਸਨ, ਵਡਿਆਈ ਕਰਦੇ ਸਨ। ਜਦੋਂ ਬਾਬਾ ਸ਼੍ਰੀ ਚੰਦ ਜੀ ਮਿਲੇ, ਉਹ ਸਾਖੀ ਆਪਾਂ ਸਾਰੇ ਸੁਣਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਕੁਲ ਨੂੰ ਕਿੰਨੀ ਵਡਿਆਈ ਦਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਨੇ ਬਾਬਾ ਗੁਰਦਿੱਤਾ ਜੀ ਇਸ ਕੁਲ ਦੀ ਭੇਟਾ ਕੀਤੇ। ਆਖੋ ਸਤਨਾਮ ਸ਼੍ਰੀ। ਗੁਰੂ ਕੇ ਪਿਆਰਿਓ, ਕਲਗੀਧਰ ਜੀ ਨੇ ਆਖਿਆ ਵੀ ਤਿੰਨ ਬੇਦੀਆਂ ਕੀ ਕੁਲ ਵਿਖੇ। ਹੁਣ ਕਲਗੀਧਰ ਜੀ ਕਿੰਨਾ ਕੁ ਮਾਣ ਕਰਦੇ ਨੇ। ਕਲਗੀਧਰ ਮਹਾਰਾਜ ਸੁਰਤ ਇੱਕ ਐਸੀ ਚੀਜ਼ ਹੈ ਸਾਡੇ ਕੋਲ। ਮਹਾਂਪੁਰਖ ਬੈਠੇ ਨੇ ਬਾਬਾ ਜੀਆਂ ਦੇ ਪਾਸ, ਸਾਰੇ ਮਹਾਂਪੁਰਖ ਬੈਠੇ ਨੇ, ਸੁਰਤ ਦੀ ਗੱਲ ਨੂੰ ਸਮਝਣ ਵਾਲੇ ਲੋਕ ਨੇ। ਬਾਬਾ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਮੰਗਲਾਨੰਦ ਜੀ ਬੈਠੇ ਨੇ। ਸੁਰਤ ਨੂੰ ਸਮਝਣ ਵਾਲੀ ਸੁਰਤ ਸਾਡੇ ਕੋਲ ਸਾਰਿਆਂ ਕੋਲ ਐਸੀ ਚੀਜ਼ ਹੈ ਜਿਹਦੇ ਨਾਲ ਅਸੀਂ ਕਿਤੇ ਵੀ ਟਰੈਵਲ ਕਰ ਸਕਦੇ ਹਾਂ। ਆਖੋ ਸਤਨਾਮ ਸ਼੍ਰੀ। ਕਹਿੰਦੇ ਨਾ ਵੀ ਸਾਇੰਸ ਇੱਕ ਮਸ਼ੀਨ ਬਣਾ ਰਹੀ ਹੈ ਜਿਹਨੂੰ ਕਹਿੰਦੇ ਜੀ ਟਾਈਮ ਮਸ਼ੀਨ, ਵੀ ਜੋ ਟਾਈਮ ਦੇ ਵਿੱਚ ਅੱਗੇ ਪਿੱਛੇ ਜਾ ਕੇ ਬੰਦਾ ਟਰੈਵਲ ਕਰ ਸਕਦਾ। ਚਲੋ ਉਹ ਤੇ ਜਦੋਂ ਬਣੇਗੀ ਵੇਖੀ ਜਾਵੇਗੀ, ਪਰ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਇੱਕ ਟਾਈਮ ਮਸ਼ੀਨ ਦਿੱਤੀ ਹੈ, ਉਹ ਸਾਡੀ ਸੁਰਤ ਹੈ। ਸੁਰਤ ਦੇ ਨਾਲ ਭਾਵੇਂ ਅੱਗੇ ਟਰੈਵਲ ਕਰ ਲਓ, ਭਾਵੇਂ ਪਿੱਛੇ ਟਰੈਵਲ ਕਰ ਲਓ। ਆਖੋ ਸਤਨਾਮ ਸ਼੍ਰੀ। ਹੁਣ ਸੁਰਤ ਨੂੰ ਲੈ ਚੱਲੋ ਸਤ ਸੰਗਤ ਉਸ ਕਾਲ ਦੇ ਵਿੱਚ 300 ਸਾਲ ਪਿੱਛੇ। ਆਖੋ ਸਤਨਾਮ ਸ਼੍ਰੀ। ਬਾਬਾ ਕਲਾਧਾਰੀ ਸਾਹਿਬ ਜੀ, ਦਸ਼ਮੇਸ਼ ਜੀ ਦਾ ਬਚਨ ਆਇਆ ਕਿ ਬਾਬਾ ਜੀ ਤੁਸੀਂ ਸਾਡੇ ਪਾਸ ਆਓ। ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਤੁਰਦੇ ਨੇ ਬਾਬਾ ਕਲਾਧਾਰੀ ਜੀ। ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਤੁਰਦੇ ਨੇ। ਮਨ ਦੇ ਵਿੱਚ ਇੱਕ ਪਿਆਰ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ 10ਵੇਂ ਸਰੂਪ ਦਾ ਦਰਸ਼ਨ ਕਰਨ ਜਾ ਰਿਹਾ। ਸਲੋਹ ਨਗਰ ਆਏ, ਕੁਝ ਸਮਾਂ ਉੱਥੇ ਨਿਵਾਸ ਕੀਤਾ। ਸਾਖੀਆਂ ਕਈ ਨੇ, ਤੋ ਸਮਾਂ ਨਹੀਂ ਆਪਣੇ ਕੋਲ ਕਿਉਂਕਿ ਸਮੇਂ ਦੀ ਕਦਰ ਵੀ ਆਪਾਂ ਕਰਨੀ। ਤੋ ਸਲੋਹ ਨਗਰ ਨਿਵਾਸ ਕੀਤਾ, ਉੱਥੇ ਕੌਤਕ ਵਾਪਰਿਆ। ਸਤ ਸੰਗਤ ਇੱਥੋਂ ਦੀ ਜਦੋਂ ਬਾਬਾ ਜੀ ਮਹਾਰਾਜ ਜੀਆਂ ਦੇ ਪਾਸ, ਕਲਗੀਧਰ ਜੀਆਂ ਦੇ ਪਾਸ ਪਹੁੰਚੇ ਨਾ, ਕਲਗੀਧਰ ਜੀ ਨਾਲ ਜਦੋਂ ਪਹਿਲਾ ਮਿਲਾਪ ਹੋਇਆ, ਇਤਿਹਾਸ ਦੇ ਗ੍ਰੰਥ ਨੇ ਸਤ ਸੰਗਤ, ਬਾਬਾ ਜੀ ਹੋਰਾਂ ਕੋਲੇ ਉਹ ਸਾਰਾ ਕੀਮਤੀ ਖਜ਼ਾਨਾ, ਇਹ ਕੀਮਤੀ ਖਜ਼ਾਨਾ ਇਤਿਹਾਸ ਦੇ ਪੁਰਾਤਨ ਗ੍ਰੰਥਾਂ ਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਸਤ ਸੰਗਤ ਉਹ ਸਾਰੇ ਅਨਮੋਲ ਮੋਤੀ ਰੱਬੀ ਪੁਰਸ਼ਾਂ ਦੀਆਂ ਬਾਤਾਂ ਉਹਦੇ ਵਿੱਚ ਹੁੰਦੀਆਂ ਨੇ, ਤੇ ਗੁਰੂ ਬਾਣੀ ਦੀ, ਗੁਰੂ ਨਾਨਕ ਦੇ ਘਰ ਦੀ ਵਿਚਾਰ ਹੁੰਦੀ ਹੈ, ਤਾਂ ਉਹਨਾਂ ਗ੍ਰੰਥਾਂ ਨੂੰ ਅਨਮੋਲ ਖਜ਼ਾਨਾ ਕਿਹਾ ਜਾਂਦਾ ਹੈ। ਆਖੋ ਸਤਨਾਮ ਸ਼੍ਰੀ। ਉਹ ਅਨਮੋਲ ਖਜ਼ਾਨਾ ਬਾਬਾ ਜੀਆਂ ਦੇ ਪਾਸ ਹੈ। ਕਿਤੇ ਕਿਤੇ ਜਦੋਂ ਦਇਆ ਕਰਦੇ ਨੇ ਤੇ ਉਹਦਾ ਦਰਸ਼ਨ ਕਰਵਾ ਦਿੰਦੇ ਨੇ। ਇੱਕ ਦਿਨ ਸਬਬ ਬਣਿਆ ਤੇ ਸਤ ਸੰਗਤ ਦਰਸ਼ਨ ਕੀਤਾ, ਉਹਦੇ ਵਿੱਚੋਂ ਇੱਕ ਐਸੇ ਪ੍ਰਸੰਗ ਦਾ ਜੋ ਆਪ ਜੀ ਨਾਲ ਮੈਂ ਸਾਂਝਾ ਕਰ ਰਿਹਾ। ਤੇ ਜਦੋਂ ਕਲਗੀਧਰ ਮਹਾਰਾਜ ਜੀਆਂ ਦਾ ਦਰਬਾਰ ਸਜਿਆ ਹੈ, ਗਰੀਬ ਨਵਾਜ ਸਤਿਗੁਰੂ ਜੀ ਸ਼ਸਤਰ ਧਾਰੀ, ਹੱਥ ਮਹਾਰਾਜ ਜੀਆਂ ਦੇ ਪਾਸ ਸਾਰੇ ਸ਼ਸਤਰ ਨੇ, ਸ਼ਸਤਰ ਧਾਰੀ ਯੋਧੇ ਬੈਠੇ, ਇੱਕ ਪਾਸੇ ਨਾਮ ਜਪਣ ਵਾਲੀਆਂ ਰੂਹਾਂ ਗੁਰੂ ਕੀਆਂ ਸੰਗਤਾਂ ਬੈਠੀਆਂ ਨੇ, ਤੇ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਤੁਰੇ ਆਉਂਦੇ ਨੇ ਸ਼੍ਰੀ ਬਾਬਾ ਕਲਾਧਾਰੀ ਜੀ। ਆਖੋ ਸਤਨਾਮ ਸ਼੍ਰੀ। ਤੁਰੇ ਆਉਂਦੇ ਨੇ। ਮਹਾਰਾਜ ਜੀਆਂ ਨੇ ਤੱਕਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਕੁੱਲ ਸਤਿਗੁਰੂ ਜੀ ਦੇ ਵੰਸ਼ਜ ਆ ਰਹੇ ਨੇ। ਸਤ ਸੰਗਤ ਹੈ, ਮਹਾਰਾਜ ਅਦਬ ਕਰਦੇ ਨੇ, ਸਤਿਕਾਰ ਦਿੰਦੇ ਨੇ। ਬਾਬਾ ਜੀ ਆਏ, ਬਾਬਾ ਜੀ ਦੇ ਮਨ ਵਿੱਚ ਹੈ ਕਿ ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 10ਵਾਂ ਸਰੂਪ ਹੈ। ਆਉਂਦਿਆਂ ਹੀ ਸਾਧ ਸੰਗਤ ਬਾਬਾ ਜੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਲੱਗੇ। ਮਹਾਰਾਜ ਜੀਆਂ ਨੇ ਸਾਧ ਸੰਗਤ ਤਖਤ ਤੋਂ ਉੱਠ ਕੇ ਬਾਬਾ ਜੀਆਂ ਦਾ ਸੀਸ ਹੈ ਰੋਕ ਲਿਆ। ਆਖੋ ਸਤਨਾਮ ਸ਼੍ਰੀ। ਹੱਥਾਂ ਤੇ ਰੋਕ ਲਿਆ। ਨਾ ਬਾਬਾ ਜੀ ਸਾਨੂੰ ਨਮਸਕਾਰ ਨਾ ਕਰਿਓ, ਮੱਥਾ ਨਾ ਟੇਕਿਓ। ਬਾਬਾ ਜੀ ਕਹਿੰਦੇ ਮਹਾਰਾਜ ਤੁਸੀਂ ਸਾਡੇ ਸਤਿਗੁਰੂ ਹੋ, ਮਹਾਰਾਜ ਤੁਸੀਂ ਸਾਡੇ ਪ੍ਰਮਾਤਮਾ ਦਾ ਸਰੂਪ ਹੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ 10ਵਾਂ ਸਰੂਪ ਹੋ। ਤੇ ਅੱਗੋਂ ਜੋ ਮਹਾਰਾਜ ਜੀ ਨੇ ਬਚਨ ਕੀਤੇ ਉਸ ਗ੍ਰੰਥ ਵਿੱਚੋਂ ਉਹ ਚੰਦ ਸਤਰਾਂ ਆਪ ਜੀ ਜਰਾ ਗੌਰ ਫਰਮਾਇਓ। ਉੱਥੇ ਬਚਨ ਹੈ ਕਿ ਕਲਾ ਧਾਰੀ ਗਿਆਨੀ ਗੁਰੂ ਨਾਨਕ ਪ੍ਰਮਾਨੀ,
ਗਿਆਨੀ ਇਹ ਨਹੀਂ ਵੀ ਜਿਹੜੇ ਕਿਤਾਬਾਂ ਪੜ੍ਹੇ ਹੋਣ, ਗਿਆਨੀ ਉਹ ਜਿਹੜਾ ਬ੍ਰਹਮ ਦਾ ਗਿਆਨ ਰੱਖਦਾ ਹੋਵੇ। ਆਖੋ ਸਤਨਾਮ ਸ਼੍ਰੀ। ਕਲਾਧਾਰੀ ਗਿਆਨੀ, ਬ੍ਰਹਮ ਗਿਆਨ। ਗੁਰੂ ਨਾਨਕ ਪ੍ਰਮਾਨੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਵਾਨ ਕੀਤਾ ਹੈ, ਕਿਉਂਕਿ ਜਿਹੜਾ ਇਹਦੀ ਕੁੱਲ ਵਿੱਚ ਆਉਂਦਾ ਹੈ ਗੁਰੂ ਨਾਨਕ ਦਾ ਪ੍ਰਵਾਨੀਆਂ ਹੀ ਆਉਂਦਾ ਹੈ। ਆਖੋ ਸਤਨਾਮ ਸ਼੍ਰੀ। ਕਲਾਧਾਰੀ ਗਿਆਨੀ ਗੁਰੂ ਨਾਨਕ ਪ੍ਰਮਾਨੀ, ਜੋਤ ਅੰਤਰ ਧਿਆਨੀ। ਪ੍ਰਮਾਤਮਾ ਦੀ ਜੋਤ ਜੋ ਸਾਡੇ ਸਾਰਿਆਂ ਦੇ ਅੰਦਰ ਜਗਦੀ ਹੈ ਪਰ ਸਾਨੂੰ ਦਿਖਾਈ ਨਹੀਂ ਦਿੰਦੀ, ਬਾਬਾ ਕਲਾਧਾਰੀ ਜੀ ਨੂੰ ਰੱਬੀ ਜੋਤ ਆਪਣੇ ਅੰਦਰ ਉਹ ਦਿਖਾਈ ਦਿੰਦੀ ਹੈ, ਉਹਦਾ ਧਿਆਨ ਧਾਰਦੇ ਨੇ। ਆਖੋ ਸਤਨਾਮ ਸ਼੍ਰੀ। ਕਲਾਧਾਰੀ ਗਿਆਨੀ ਗੁਰੂ ਨਾਨਕ ਪ੍ਰਮਾਨੀ, ਜੋਤ ਅੰਤਰ ਧਿਆਨੀ। ਗੁਰ ਪਾਇਨ ਪੈ ਧਰਾ ਸੀਸ। ਬਾਬਾ ਜੀ ਨੇ ਆਉਂਦਿਆਂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਚਰਨਾਂ ਦੇ ਉੱਪਰ ਜਦੋਂ ਆਪਣਾ ਮਸਤਕ ਰੱਖਿਆ ਨਾ, ਹਲੇ ਰੱਖਦੇ ਹੀ ਪਏ ਨੇ, ਤਬੈ ਗੁਰ ਰਾਈ ਸੀਸ ਹਾਥੋਂ ਪੈ ਉਠਾਈ। ਗੁਰੂ ਰਾਜੇ, ਕਿਉਂਕਿ ਪ੍ਰਗਟੇ ਨਾਨਕ ਰਾਏ। ਰਾਏ ਦਾ ਮਤਲਬ ਪ੍ਰਕਾਸ਼, ਰਾਏ ਦਾ ਮਤਲਬ ਰਾਜਾ, ਜਿਹੜਾ ਸਾਰਿਆਂ ਦਾ ਪ੍ਰਕਾਸ਼ ਹੈ ਤੇ ਸਾਰਿਆਂ ਤੇ ਰਾਜ ਕਰਨ ਵਾਲਾ ਹੈ। ਉਹ ਗੁਰੂ ਨਾਨਕ ਸੱਚਾ ਪਾਤਸ਼ਾਹ, ਉਹਦਾ 10ਵਾਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਾਰਿਆਂ ਦੇ ਰਾਜੇ ਨੇ। ਤੁਮਹੁ ਸਭ ਰਾਜਨ ਕੇ ਰਾਜਾ। ਕਹਿੰਦੇ ਤਬੈ ਗੁਰ ਰਾਈ ਸੀਸ ਹਾਥੋਂ ਪੈ ਉਠਾਈ। ਬਾਬਾ ਜੀ ਦਾ ਸੀਸ ਹੱਥਾਂ ਤੇ ਉਹਨਾਂ ਰੋਕਿਆ। ਬਚ ਐਸੇ ਉਲਾਈ ਰੀਤ ਉਲਟੀ ਨਾ ਕਰੋ ਈਸ। ਈਸ ਕਹਿੰਦੇ ਪ੍ਰਮਾਤਮਾ ਨੂੰ। ਹੁਣ ਈਸ ਦਾ ਮਤਲਬ ਕੀ ਹੈ? ਈਸ ਦਾ ਮਤਲਬ ਰੱਬ ਹੈ, ਪ੍ਰਮਾਤਮਾ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਪੰਕਤੀ ਦੇ ਅਰਥ ਕਰੀਏ ਤੇ ਈਸਰ ਦਾ ਮਤਲਬ ਤੇ ਰੱਬ ਹੈ। ਮਹਾਰਾਜ ਜੀ ਕਹਿੰਦੇ ਤਬੈ ਉਨ ਅਲਾਈ ਬਚਨ ਕੀਤਾ, ਕਹਿੰਦੇ ਰੀਤ ਉਲਟੀ ਨਾ ਕਰੋ ਈਸ। ਕਹਿੰਦੇ ਰੱਬ ਰੂਪ ਬਾਬਾ ਜੀ ਆ ਉਲਟੀ ਗੱਲ ਨਾ ਕਰੋ। ਕਿਹੜੀ ਉਲਟੀ ਗੱਲ? ਕਹਿੰਦੇ ਸਾਨੂੰ ਮੱਥਾ ਟੇਕੀ ਜਾਂਦੇ ਜੀ। ਆਖੋ ਸਤਨਾਮ ਸ਼੍ਰੀ। ਕਹਿੰਦੇ ਰੀਤ ਉਲਟੀ ਨਾ ਕਰੋ ਈਸ। ਬਾਬਾ ਜੀ ਕਹਿੰਦੇ ਮਹਾਰਾਜ ਤੁਹਾਡੇ ਚਰਨੀ ਨੇ ਮੱਥਾ ਟੇਕਣਾ ਤੇ ਹੋਰ ਕਿੱਥੇ ਟੇਕਣਾ ਹੈ? ਤੇ ਅੱਗੋਂ ਸਤਿਗੁਰੂ ਕਹਿੰਦੇ ਬਾਬਾ ਜੀ ਇੱਕ ਤਾਂ ਤੁਸੀਂ ਉਮਰ ਕਰਕੇ ਸਾਡੇ ਤੋਂ ਵੱਡੇ ਹੋ, ਸਰੀਰ ਕਰਕੇ ਵੱਡੇ ਹੋ, ਬਜ਼ੁਰਗ ਹੋ, ਸਾਡੇ ਵੱਡੇ ਹੋ। ਦੂਜਾ ਕਹਿੰਦੇ ਗੁਰੂ ਨਾਨਕ ਦੇ ਅੰਸ਼ ਦੇ ਵਿੱਚ ਤੁਹਾਡਾ ਵੱਡਾ ਥਾਂ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਤਾਂ ਸਰੀਰ ਕਰਕੇ, ਆਯੂ ਕਰਕੇ, ਆਰਬਲਾ ਕਰਕੇ ਸਾਡੇ ਤੋਂ ਵੱਡੇ ਹੋ। ਦੂਜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਬੰਸ ਦੇ ਵਿੱਚ ਤੁਹਾਡਾ ਵੱਡਾ ਸਥਾਨ ਹੈ। ਤੇ ਤੀਜੀ ਗੱਲ ਤੁਸੀਂ ਸਮਰੱਥ ਹੋ। ਸਮਰੱਥੀ ਸੀ ਨਾ, ਉੱਥੋਂ ਸਲੋਹ ਤੋਂ ਲੰਘੇ ਤੇ ਆਖਿਆ ਵੀ ਭਾਈ ਕੋਈ ਅੱਗ ਦੇ ਦਿਓ। ਕਿਸੇ ਨੇ ਕਹਿਤਾ ਜੇ ਤੁਹਾਨੂੰ ਅੱਗ ਦੇਣੀ ਹੈ ਤੇ ਪਿੰਡ ਨੂੰ ਨਾ ਲੱਗ ਜਵੇ। ਕਹਿੰਦੇ ਜਾਓ ਫਿਰ ਤੁਹਾਡੀ ਮਰਜ਼ੀ। ਪਿੰਡ ਨੂੰ ਅੱਗ ਲੱਗੀ ਸੀ, ਸਮਰੱਥ ਨੇ। ਆਖੋ ਸਤਨਾਮ। ਸਮਰੱਥ ਨੇ ਨਾ, ਸਮਰੱਥ ਪੁਰਖਾਂ ਦੀ ਨਿਸ਼ਾਨੀ ਹੈ। ਸਤਿਗੁਰੂ ਕਹਿੰਦੇ ਫਿਰ ਬਾਬਾ ਜੀ ਇੱਕ ਵੱਡੇ ਉਮਰ ਕਰਕੇ, ਵੱਡੇ ਗੁਰੂ ਨਾਨਕ ਦੀ ਬੰਸ ਦੇ ਵਿੱਚ ਵੱਡੇ ਥਾਂ ਤੇ ਹੋ। ਤੀਜਾ ਫਿਰ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਤੇ ਫਿਰ ਕਹਿੰਦੇ ਤੁਸੀਂ ਐਸਾ ਗਿਆਨ ਰੱਖਦੇ ਹੋ ਵੀ ਕਿਹੜੀ ਚੀਜ਼ ਠੀਕ ਹੈ ਤੇ ਕਿਹੜੀ ਚੀਜ਼ ਗਲਤ ਹੈ, ਕਿਹੜਾ ਤੱਤ ਹੈ ਕਿਹੜਾ ਫੋਕ ਹੈ। ਤੱਤ ਦਾ ਗਿਆਨ ਰੱਖਣ ਵਾਲੇ ਹੋ, ਯੋਗ ਤੇ ਅਯੋਗ ਨੂੰ ਜਾਣਨ ਵਾਲੇ ਹੋ। ਕੀ ਆਖਿਆ ਮਹਾਰਾਜ ਜੀ ਨੇ? ਕਹਿੰਦੇ ਏਕ ਤੁਮ ਵੱਡੇ, ਇੱਕ ਤਾਂ ਤੁਸੀਂ ਵੱਡੇ ਹੋ। ਗੁਰੂ ਨਾਨਕ ਕੀ ਅੰਸ਼ ਠੱਡੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਅੰਸ਼ ਵਿੱਚ ਵੱਡੇ ਥਾਂ ਤੇ ਖਲੋਤੇ ਹੋ। ਠੱਡੇ ਦਾ ਮਤਲਬ ਖਲੋਣਾ, ਵੀ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼ ਵਿੱਚ ਵੱਡੇ ਥਾਂ ਤੇ ਖਲੋਤੇ ਹੋ। ਔਰ ਸਮਰੱਥ, ਫਿਰ ਸਮਰੱਥ ਹੋ। ਜਾਨੋ ਯੋਗ ਔ ਅਯੋਗ ਈਸ। ਵੀ ਕੀ ਤੱਤ ਹੈ, ਕੀ ਫੋਕ ਹੈ, ਕੀ ਠੀਕ ਹੈ, ਕੀ ਗਲਤ ਹੈ, ਸਭ ਕੁਝ ਜਾਣਦੇ ਹੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਜੀ ਫੇਰ ਕਹਿੰਦੇ ਮਹਾਰਾਜ ਮੱਥਾ ਤੇ ਤੁਹਾਨੂੰ ਟੇਕਣਾ। ਅੱਗੋਂ ਸਤਿਗੁਰੂ ਕਹਿੰਦੇ ਹੁਣ ਮਹਾਰਾਜ ਜੀ ਫਿਰ ਨਾ ਜਦੋਂ ਵੇਖਿਆ ਵੀ ਬਾਬਾ ਜੀ ਨਹੀਂ ਮੰਨਦੇ, ਫੇਰ ਬਚਨ ਕੀਤਾ ਇੱਕ ਜਿਹਨੂੰ ਨੀਤੀ ਦਾ ਬਚਨ ਕਹਿੰਦੇ ਨੇ। ਨੀਤੀ ਦਾ ਬਚਨ। ਉਹ ਨੀਤੀ ਦਾ ਬਚਨ ਕੀ ਕੀਤਾ? ਗੁਰਦੇਵ ਕਹਿਣ ਲੱਗੇ, ਕਹਿੰਦੇ ਬਾਬਾ ਜੀ ਫਿਰ ਜੇ ਇਹ ਗੱਲ ਹੈ ਤੇ ਮਹਾਰਾਜ ਵੇਖੋ ਜਿਹੜਾ ਆਪਣੇ ਵੱਡਿਆਂ ਤੋਂ ਮੱਥਾ ਟਿਕਾਉਂਦਾ ਤੇ ਨੀਤੀ ਪਤਾ ਕੀ ਕਹਿੰਦੀ ਹੈ? ਆਖੋ ਸਤਨਾਮ। ਕਹਿੰਦੇ ਨੀਤੀ ਪਤਾ ਕੀ ਕਹਿੰਦੀ ਹੈ? ਹੁਣ ਬਾਬਾ ਜੀ ਜਾਣੀ ਜਾਣਦਾ ਸੀ, ਸਭ ਕੁਝ ਜਾਣਦੇ ਸੀ, ਸਭ ਕੁਝ ਪੜ੍ਹਿਆ ਸੀ ਉਹਨਾਂ ਦਾ। ਕਹਿੰਦੇ ਮਹਾਰਾਜ ਨੀਤੀ ਦਾ ਤੇ ਪਤਾ ਹੈ ਕੀ ਕਹਿੰਦੀ ਹੈ। ਕਹਿੰਦੇ ਬਾਬਾ ਜੀ ਫਿਰ ਵੇਖੋ ਨੀਤੀ ਪਤਾ ਕੀ ਕਹਿੰਦੀ ਹੈ? ਬੜੇ ਹੋ ਤੇ ਛੋਟੇ ਜਬ ਪਾਇਨ ਪੇ ਧਰਾਵੇ ਸੀਸ। ਕਹਿੰਦੇ ਜਦੋਂ ਕੋਈ ਛੋਟਾ ਆਪਣੇ ਵੱਡਿਆਂ ਕੋਲੋਂ ਆਪਣੇ ਚਰਨਾਂ ਤੇ ਸਿਰ ਰਖਾਉਣ ਲੱਗ ਪਵੇ ਨਾ,
ਕਹਿੰਦੇ 7 ਚੀਜ਼ਾਂ ਬੰਦੇ ਦੀਆਂ ਚਲੀ ਜਾਂਦੀਆਂ ਨੇ। 7 ਗੁਣ ਜਾਵੇ ਭਾਗ, ਆਗ ਮੈਂ ਜੋ ਪਾਰਾ ਖੀਸ। ਅੱਗ 'ਚ ਜਿਵੇਂ ਪਾਰਾ ਪਾਈਏ ਤੇ ਉਹ ਭਸਮ ਹੋ ਜਾਂਦਾ ਹੈ ਨਾ, ਕਹਿੰਦੇ ਇਦਾਂ ਹੀ ਮਨੁੱਖ ਦੇ 7 ਗੁਣ ਨਾਸ਼ ਹੋ ਜਾਂਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਨੀਤੀ ਦਾ ਬਚਨ ਮਹਾਰਾਜ ਜੀ ਨੇ ਕਿਹਾ ਵੀ ਬਾਬਾ ਜੀ ਤੇ ਮੰਨਦੇ ਨਹੀਂ, ਕਹਿੰਦੇ ਮੱਥਾ ਟੇਕਣਾ ਹੀ ਟੇਕਣਾ। ਤਾਂ ਫਿਰ ਨੀਤੀ ਦਾ ਬਚਨ ਕਿਹਾ ਤੇ ਬਾਬਾ ਜੀ ਕਹਿੰਦੇ ਮਹਾਰਾਜ ਫਿਰ ਕਿਹੜੀਆਂ 7 ਚੀਜ਼ਾਂ? ਹੱਸ ਕੇ ਕਹਿੰਦੇ ਜੀ ਕਿਹੜੀਆਂ? ਸਤਿਗੁਰੂ ਜੀ ਕਹਿੰਦੇ ਵਿਦਿਆ ਤੀਜ ਔ ਬੁੱਧ ਬਲ। ਵਿਦਿਆ ਤੇਜ ਔ ਬੁੱਧ ਬਲ, ਜਸ ਧਨ ਆਯੁਸ਼ ਜਾਨ। ਇੱਕ ਜਸ ਤੇ ਫਿਰ ਧਨ ਤੇ ਫਿਰ ਉਮਰ, ਇਹ 7 ਚੀਜ਼ਾਂ। 7 ਨਸ਼ਟ ਐ ਹੋਤ ਹੈ, ਗੰਗਾ ਉਲਟ ਪ੍ਰਮਾਣ। ਕਹਿੰਦੇ ਇਹ 7 ਚੀਜ਼ਾਂ ਮਨੁੱਖ ਦੀਆਂ ਚਲੇ ਜਾਂਦੀਆਂ ਜਦੋਂ ਵੱਡਿਆਂ ਕੋਲੋਂ ਮੱਥੇ ਟਿਕਾਉਣ ਲੱਗ ਪਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਸਤ ਸੰਗਤ ਇੰਨਾ ਪ੍ਰੇਮ ਕਰਦੇ ਕਲਗੀਧਰ ਜੀ। ਐ ਮੈਂ ਨਹੀਂ ਕਹਿ ਦਿੱਤਾ ਵੀ 3 ਬੇਦੀਆਂ ਨੇ ਕੀ ਕੁੱਲ ਵਿਖੈ, ਪ੍ਰਗਟੇ ਨਾਨਕ ਰਾਏ। ਆਪ ਅਦਬ ਕਿੰਨਾ ਦਿੰਦੇ ਸਨ ਮਹਾਰਾਜ ਸੱਚੇ ਪਾਤਸ਼ਾਹ। ਫਿਰ ਬਾਬਾ ਜੀ ਨੇ ਜਦੋਂ ਬਚਨ ਕੀਤਾ ਗਰੀਬ ਨਵਾਜ ਜੀਆਂ ਦੇ ਨਾਲ ਕਿ ਸੱਚੇ ਪਾਤਸ਼ਾਹ ਐਸੀ ਮਿਹਰਾਮਤ ਕਰ ਦਿਓ, ਆਪਣੇ ਵਰਗਾ ਹੀ ਬਖਸ਼ ਦਿਓ ਕੋਈ। ਤੇ ਸਤ ਸੰਗਤ ਪਹਿਲਾਂ ਤੇ ਬਚਨ ਕੀਤਾ ਤੁਸੀਂ ਆਵੋ। ਹਜ਼ੂਰ ਕਹਿੰਦੇ ਬਹੁਤ ਕਾਰਜ ਨੇ। ਤੇ ਸਤ ਸੰਗਤ ਫਿਰ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਬਾਬਾ ਜੀ ਜੇ ਸਾਡੇ ਵਰਗਾ ਹੀ ਮੰਗਦੇ ਹੋ ਫਿਰ ਸਾਡੇ ਵਰਗਾ ਹੀ ਆਵੇਗਾ, ਕਿਉਂਕਿ ਖਾਲਸਾ ਸਾਡਾ ਖਾਸ ਰੂਪ ਹੈ। ਕਹਿੰਦੇ ਸੱਚ ਸੰਗਤ ਜਦੋਂ ਆਖਿਆ ਵੀ ਖਾਲਸਾ ਸਾਡਾ ਖਾਸ ਰੂਪ ਹੈ, ਬਾਬਾ ਅਜੀਤ ਰਾਏ ਜੀ ਨੂੰ ਅੰਮ੍ਰਿਤ ਛਕਾਇਆ, ਉਹਨਾਂ ਨੂੰ ਬਣਾਇਆ ਅਜੀਤ ਸਿੰਘ। ਫਿਰ ਸੱਚ ਸੰਗਤ ਵਰਦਾਨ ਦਿੱਤਾ, ਉਹਨਾਂ ਦੇ ਗ੍ਰਹਿ ਵਿਖੇ ਫਿਰ ਆਏ ਬਾਬਾ ਸਾਹਿਬ ਸਿੰਘ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਔਰ ਰਾਜਿਆਂ ਦੇ ਰਾਜੇ ਨੇ, ਜਿਵੇਂ ਗੁਰੂ ਪਾਤਸ਼ਾਹ ਨੇ ਕਿਹਾ ਸਾਡਾ ਖਾਲਸਾ ਰੂਪ ਹੈ ਨਾ, ਰਾਜਿਆਂ ਦੇ ਰਾਜੇ ਤੇ ਜੋਗੀਆਂ ਦੇ ਜੋਗੀ। ਆ ਜਗ੍ਹਾ ਪ੍ਰਮਾਣ ਹੈ ਉਹਨਾਂ ਦੇ ਜੋਗ ਦਾ, ਰੱਬ ਨਾਲ ਜੁੜੇ ਹੋਣ ਦਾ। ਤੇ ਸੱਚ ਸੰਗਤ ਕਿਲਾ ਸਾਹਿਬ 'ਚ ਬਾਬਾ ਜੀ ਦੀ ਤੇਗ ਪਈ ਹੈ, ਉਹ ਪ੍ਰਮਾਣ ਹੈ ਉਹਨਾਂ ਦੇ ਰਾਜ ਦਾ। ਉਹਦੇ ਨਾਲ ਅਤੌਲਾ ਵੱਢਿਆ, ਉਸ ਤੇਗ ਦੇ ਨਾਲ ਉਹਦੇ ਨਾਲ ਰਾਏ ਇਲਿਆਸ ਸੋਧਿਆ। ਸੱਚ ਸੰਗਤ ਉਸ ਤੇਗ ਦੇ ਨਾਲ ਜਾਰਜ ਥਾਮਸਨ ਨੂੰ ਭਜਾਇਆ। ਬਾਬਾ ਜੀਆਂ ਦਾ ਉਹ ਤੇਗਾ ਉਹ ਕਿਲਾ ਸਾਹਿਬ 'ਚ ਬਾਬਾ ਜੀਆਂ ਦੇ ਤੋਸ਼ੇਖਾਨੇ 'ਚ ਉਹ ਸ਼ੋਭਤ ਹੈ। ਇਹ ਦੱਸਦਾ ਵੀ ਉਹ ਰਾਜੇ ਵੀ ਨੇ ਤੇ ਉਹ ਜੋਗੀ ਵੀ ਨੇ। ਸਤ ਸੰਗਤ ਖਾਲਸੇ ਦੇ ਸਾਰੇ ਗੁਣ। ਤਾਂ ਇੱਕ ਛੋਟੀ ਜਿਹੀ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ। ਤਾਂ ਗੁਰੂ ਪਿਆਰਿਓ ਵੇਖੋ, ਜਦੋਂ ਬਾਬਾ ਸਾਹਿਬ ਸਿੰਘ ਜੀ ਆਏ ਤੇ ਹੁਣ ਕਲਗੀਧਰ ਪਾਤਸ਼ਾਹ ਦੇ ਵਰਦਾਨ ਸਦਕਾ, ਉਹਨਾਂ ਦੀ ਪਾਵਨ ਕਿਰਪਾ ਦੇ ਨਾਲ ਤੇ ਸਤ ਸੰਗਤ ਫਿਰ ਕਾਰਜ ਵੀ ਐਸੇ ਕੀਤੇ। ਢਾਡੀ ਜਥਿਆਂ ਪਾਸੋਂ ਆਪ ਜੀ ਸੁਣਦੇ ਆ ਰਹੇ ਹੋ, ਅੱਗੋਂ ਵੀ ਸੁਣਨਾ। ਤਾਂ ਮੈਂ ਇੱਕ ਗਾਥਾ ਕਹਿਣਾ ਬਾਬਾ ਜੀਆਂ ਦੀ। ਵੇਖੋ ਸਤ ਸੰਗਤ, ਜੋ ਗੁਰੂ ਨਾਨਕ ਦਾ ਮਤ ਹੈ, ਗੁਰੂ ਨਾਨਕ ਦੇ ਅਸੂਲ ਨੇ, ਕਲਗੀਧਰ ਜੀ ਦੇ ਅਸੂਲ ਨੇ, ਉਹਨਾਂ ਤੇ ਬਾਬਾ ਜੀ ਆਪ ਵੀ ਪਹਿਰਾ ਦਿੰਦੇ ਸਨ। ਤੇ ਜਿਹੜਾ ਕੋਈ ਸ਼ਰਨ ਵਿੱਚ ਆ ਜਾਂਦਾ ਸੀ ਉਹਨੂੰ ਵੀ ਕਹਿੰਦੇ ਸਨ। ਇੱਕ ਦਿਨ ਦਰਬਾਰ ਲੱਗਿਆ ਬਾਬਾ ਜੀ ਦਾ, ਤੇ ਬਾਬਾ ਜੀ ਦਾ ਦਰਬਾਰ ਲੱਗਿਆ ਹੋਇਆ ਤੇ ਹੋਇਆ ਕਿ ਵੀ ਇੱਕ ਪ੍ਰੇਮ ਸਿੰਘ ਨਾਮ ਦਾ ਕੋਈ ਗੁਰਮੁਖ ਆਇਆ। ਚਲੋ ਮੇਰੇ ਮੂੰਹ ਹੁਣ ਗੁਰਮੁਖ ਨਿਕਲ ਗਿਆ, ਪਰ ਮਹਾਰਾਜ ਗੁਰਮੁਖ ਉਦਾਂ ਦਾ ਹੀ ਸੀ ਜਿੱਦਾਂ ਦੀ ਆਪਾਂ ਪਿੱਛੇ ਗੱਲ ਕਰਦੇ ਸੀ। ਉਹ ਬਾਬਾ ਜੀ ਹੋਇਆ ਪਤਾ ਕੀ, ਇੱਕ ਵਾਰੀ ਨਾ ਉਹ ਕਾਮਰੇਡ ਬੰਦੇ ਸੀਗੇ 3-4, ਉਹ ਕਿਤੇ ਚਲੇ ਗਏ ਤੇ ਅੱਗੋਂ ਕਿਤੇ ਟਾਂਗੇ ਚੱਲਦੇ ਸੀ ਉੱਥੇ। ਉਹ ਟਾਂਗੇ ਵਾਲਿਆਂ ਨੇ, ਉਹ ਟਾਂਗੇ ਵਾਲਾ ਬੰਦਾ ਉਹਨੇ ਕਿਤੇ ਵੇਖ ਕੇ ਕਹਿੰਦਾ ਆਓ ਗੁਰਮੁਖੋ, ਆਓ ਗੁਰਮੁਖੋ। ਉਹ ਬੜੇ ਖੁਸ਼ ਹੋਏ ਵੀ ਸਾਨੂੰ ਤੇ ਕੋਈ ਗੁਰਮੁਖ ਕਹਿੰਦਾ ਹੀ ਨਹੀਂ ਹੈਗਾ, ਵੀ ਆਹ ਬੰਦਾ ਭਲਾ ਬੰਦਾ ਕਿ ਚਲੋ ਬਹਿ ਜਾਓ ਬਈ। ਹੁਣ ਜਦੋਂ ਬੈਠੇ ਉਹਨੇ ਹੱਥ 'ਚ ਬਾਬਾ ਜੀ ਛਾਂਟਾ ਫੜਿਆ ਸੀ, ਉਹ ਘੋੜਾ ਸੀ ਅੱਗੇ, ਘੋੜੇ ਦੇ ਘੁਮਾ ਕੇ ਮਾਰਿਆ, ਕਹਿੰਦਾ ਚੱਲ ਗੁਰਮੁਖਾ। ਉਹ ਕਹਿੰਦਾ ਇਹੋ ਜਿਹੀ ਗੁਰਮੁਖ ਕਹਿੰਦਾ ਆਪਾਂ ਨੂੰ ਇਹ। ਉਹ ਹੁਣ ਮੇਰੇ ਮੂੰਹ ਵੀ ਨਿਕਲ ਗਿਆ ਵੀ ਗੁਰਮੁਖ ਸੀਗਾ, ਗੁਰਮੁਖ ਨਹੀਂ, ਉਹ ਨਾਮ ਸੀ ਉਹਦਾ ਪ੍ਰੇਮ ਸਿੰਘ। ਉਹ ਹੋਇਆ ਕਿ ਬਾਬਾ ਜੀ ਦੇ ਪਾਸ ਆਇਆ ਤੇ ਸੰਗਤਾਂ ਸਾਰੀਆਂ ਜੁੜੀਆਂ ਬੈਠੀਆਂ ਤੇ ਸਤ ਸੰਗਤ ਤੋਂ ਪਿਆਰ ਦੇ ਨਾਲ ਉਹਨੇ ਵੀ ਆ ਕੇ ਮੱਥਾ ਟੇਕਿਆ ਤੇ ਬਾਬਾ ਜੀ ਦੇ ਚਰਨਾਂ 'ਚ ਨਾ 2 ਮੋਹਰਾਂ ਉਹਨੇ ਭੇਟਾ ਕਰਤੀਆਂ, 2 ਮੋਹਰਾਂ ਸੋਨੇ ਦੀਆਂ। ਹੁਣ ਜਾਣੀ ਜਾਣ ਸਨ, ਹੱਸ ਕੇ ਕਹਿੰਦੇ ਭਲਿਆ ਕੰਮ ਕੀ ਕਰਦਾ ਹੁੰਨਾ? ਜਦੋਂ ਆਖਿਆ ਨਾ ਕੰਮ ਕੀ ਕਰਦਾ ਹੁੰਨਾ, ਸਤ ਸੰਗਤ ਹੁਣ ਅੰਦਰਲਾ ਬੋਲ ਪਿਆ ਫਿਰ ਵੀ ਇੱਥੇ ਹੁਣ ਝੂਠ ਨਹੀਂ ਬੋਲਣਾ, ਇੱਥੇ ਸੱਚ ਹੀ ਦੱਸ ਦੇਣਾ। ਕਹਿੰਦਾ ਮਹਾਰਾਜ ਦਰਅਸਲ ਮੈਂ ਨਾ ਜੰਗਲ ਦੇ ਵਿੱਚੋਂ ਆ ਰਿਹਾ ਸੀ ਤੇ ਜੰਗਲ ਦੇ ਵਿੱਚੋਂ ਕਹਿੰਦਾ ਇੱਕ ਨਾ ਕੋਈ ਸੇਠ ਲੰਘਦਾ ਪਿਆ ਸੀ। ਕਹਿੰਦਾ ਮੈਂ ਸ੍ਰੀ ਸਾਹਿਬ ਗੱਡੀ, ਮੈਂ ਉਹਦੇ ਕੋਲ ਜਾ ਕੇ ਖੜ ਗਿਆ। ਮੈਂ ਕਿਹਾ ਵੀ ਜੋ ਕੋਲੇ ਆ ਕੱਢ ਦੇ। ਕਹਿੰਦਾ ਉਹਦੇ ਡਰਦੇ ਮਰਨੇ ਉਹਦੇ ਕੋਲੇ ਪੋਟਲੀ ਸੀ, ਉਹ ਸੁੱਟੀ ਤੇ ਕਹਿੰਦਾ ਵੀ ਆਪ ਉਹ ਦੌੜ ਗਿਆ। ਕਹਿੰਦਾ ਪੋਟਲੀ 'ਚ ਮੋਹਰਾਂ ਸੀ, ਉਹ ਮੈਂ ਇਕੱਠੀਆਂ ਕੀਤੀਆਂ ਤੇ ਆ ਗਿਆ।
ਕਹਿੰਦਾ ਮੇਰੇ ਹੁਣ ਇੱਥੇ ਮਨ ਚ ਆਈ ਵੀ ਤੁਹਾਡੇ ਚਰਨੀ ਭੇਟਾ ਕਰਦੇ ਆ। ਬਾਬਾ ਜੀ ਕਹਿੰਦੇ ਬਹੁਤ ਖਰਾ ਕੰਮ ਕੀਤਾ ਹੈ, ਆਖੋ ਸਤਨਾਮ। ਕਹਿੰਦੇ ਬੜਾ ਚੰਗਾ ਕੰਮ ਕੀਤਾ, ਇਹੋ ਜਿਹੇ ਕੰਮ ਗੁਰਸਿੱਖਾਂ ਦੇ ਹੁੰਦੇ ਨੇ। ਕਹਿੰਦਾ ਮਹਾਰਾਜ ਮੈਨੂੰ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ, ਬਖਸ਼ ਦਿਓ ਮੈਨੂੰ, ਕਿਰਪਾ ਕਰ ਦਿਓ। ਕਹਿੰਦਾ ਇਹ 2 ਮੁਹਰਾਂ ਲੈ ਲਓ ਮਹਾਰਾਜ, 5 ਹੋਰ ਲਿਆ ਦੇਣਾ, ਕਹੋ ਤੇ ਸਾਰੀਆਂ ਹੀ ਦੇ ਦੇਣਾ। ਬਾਬਾ ਜੀ ਕਹਿੰਦੇ ਨਾ ਲੈਣੀਆਂ 2 ਤੇ ਨਾ ਲੈਣੀਆਂ 5 ਤੇ ਨਾ ਲੈਣੀਆਂ ਸਾਰੀਆਂ, ਉਹ ਜਿਹਦੀ ਅਮਾਨਤ ਹੈ ਉਹਦੇ ਕੋਲੇ ਪਹੁੰਚਾਵਾਂਗੇ। ਆਖੋ ਸਤਨਾਮ ਸ਼੍ਰੀ। ਉਹਨੂੰ ਰੱਖਿਆ ਨਾਲ। ਸਾਧ ਸੰਗਤ ਅਗਲੇ ਦਿਨ ਅਗਲੇ ਨਗਰ ਦੇ ਵਿੱਚ ਜਾ ਕੇ ਬਾਬਾ ਜੀ ਨੇ ਜਦੋਂ ਡੇਰਾ ਲਾਇਆ ਨਾ, ਤੇ ਉਹ ਸਾਰੀ ਸੰਗਤ ਆਈ। ਉਸ ਲਾਲੇ ਦਾ ਜਿਹੜਾ ਸੇਠ ਦਾ ਨਾਮ ਸੀ ਮਿਲਖੀ ਰਾਮ, ਇਤਿਹਾਸ ਦਾ ਬੋਲ ਹੈ, ਉਹਦਾ ਨਾਮ ਸੀ ਮਿਲਖੀ ਰਾਮ। ਉਹ ਸੰਗਤ ਵਿੱਚ ਉਹ ਵੀ ਆਇਆ। ਹੁਣ ਘਰੋਂ ਬੇਨਤੀਆਂ ਕਰਦਾ ਹੁੰਦਾ ਹੈ, ਬਾਬਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਕਿਤੇ ਮੇਰਾ ਉਹ ਜਿਹੜਾ ਕੱਲ ਦਾ ਨੁਕਸਾਨ ਹੋਇਆ ਕਿਤੇ ਪੂਰਾ ਹੋ ਜਾਵੇ। ਇਹ ਤੇ ਸਾਰਿਆਂ ਦੀਆਂ ਸੁਣਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਚੰਗਿਆਂ ਦੀਆਂ ਵੀ ਮਾੜਿਆਂ ਦੀਆਂ ਵੀ। ਤਾਂ ਜਦੋਂ ਬਾਬਾ ਜੀ ਦੇ ਸੰਗਤ ਵਿੱਚ ਆ ਕੇ ਬੈਠਿਆ, ਜਾਂ ਸਾਧ ਸੰਗਤ ਜਦੋਂ ਸਮਾਪਤੀ ਹੋਣ ਲੱਗੀ, ਬਾਬਾ ਜੀ ਨੇ ਇੱਕ ਬਚਨ ਕੀਤਾ। ਉਹ ਕਹਿੰਦੇ ਭਾਈ ਉੱਠੋ, ਉਹ ਤੁਹਾਡੇ ਤੋਂ ਜਿਹੜਾ ਕੱਲ ਲੁੱਟਿਆ ਗਿਆ ਸੀ ਉੱਠ ਖਲੋਵੋ। ਉਹ ਮਿਲਖੀ ਰਾਮ ਜਿਹੜਾ ਸੀ ਉੱਠ ਕੇ ਖੜਾ ਹੋ ਗਿਆ, ਉੱਠ ਕੇ ਖੜਾ ਹੋ ਗਿਆ। ਬਾਬਾ ਜੀ ਕਹਿੰਦੇ ਕਿੰਨੀਆਂ ਕਿ ਗਈਆਂ ਬਈ? ਉਹਨੇ ਦੱਸਤੀਆਂ। ਕਹਿੰਦੇ ਜੀ ਇੰਨੀਆਂ ਸੀ। ਸੇਵਾਦਾਰਾਂ ਨੂੰ ਕਿਹਾ ਵੀ ਲਿਆਓ ਵਿਧੀਆਂ ਦਿਓ ਭਾਈ। ਤੇ ਬਾਬਾ ਜੀ ਹੱਸ ਕੇ ਕਹਿੰਦੇ ਉਹ ਤੂੰ ਐਡਾ ਤਗੜਾ, ਉਹ ਕੱਲਾ ਤੇਰੇ ਕੋਲੋਂ ਇੰਨਾ ਕੁਝ ਖੋ ਕੇ ਲੈ ਗਿਆ, ਤੂੰ ਉਹਨੂੰ ਰੋਕਿਆ ਨਹੀਂ? ਕਹਿੰਦਾ ਬਾਬਾ ਜੀ ਮੈਂ ਡਰ ਗਿਆ ਉਹਦੇ ਕੋਲੋਂ, ਕਿ ਮੈਨੂੰ ਡਰ ਲੱਗਿਆ ਮੈਂ ਤਾਂ ਦੌੜ ਗਿਆ। ਬਾਬਾ ਜੀ ਕਹਿੰਦੇ ਫਿਰ ਡਰ ਤਾਂ ਏਦਾਂ ਤਾਂ ਨਹੀਂ ਮੁੱਕਦੇ ਹੁੰਦੇ। ਕਹਿੰਦਾ ਮਰਜ ਹੁਣ ਤੁਹਾਡੀ ਸ਼ਰਨ ਚ ਆਏ ਆ ਤੇ ਡਰ ਜ਼ਰੂਰ ਮੁੱਕੇਗਾ। ਫਿਰ ਸਾਧ ਸੰਗਤ ਆ ਵੇਖੀਆਂ ਜਦੋਂ ਸ਼ਸਤਰਧਾਰੀ ਫੌਜਾਂ। ਕਹਿੰਦਾ ਜੀ ਮੈਂ ਤਾਂ ਤੇਗ ਤੋਂ ਡਰ ਗਿਆ ਸੀ। ਬਾਬਾ ਜੀ ਕਹਿੰਦੇ ਤੇਰੇ ਗਾਤਰੇ ਤੇਗ ਪਾ ਦਿੰਨੇ ਆ, ਪਰ ਡਰਾਉਣ ਵਾਸਤੇ ਨਹੀਂ, ਆਪਣੀ ਰੱਖਿਆ ਕਰਨ ਵਾਸਤੇ। ਆਖੋ ਸਤਨਾਮ ਸ਼੍ਰੀ। ਫਿਰ ਉਹਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਉਹ ਮਿਲਖੀ ਰਾਮ ਤੋਂ ਮਿਲਖਾ ਸਿੰਘ ਬਣਿਆ। ਤੇ ਸਾਧ ਸੰਗਤ ਫਿਰ ਇਹ ਬਖਸ਼ਿਸ਼ਾਂ ਕੀਤੀਆਂ ਗੁਰੂ ਨਾਨਕ ਦੇ ਘਰ ਨੇ। ਜਿਹੜੇ ਡਰਪੋਕ ਲੋਕ ਸਨ ਉਹਨਾਂ ਅੰਦਰ ਵੀ ਬਹਾਦਰੀ ਭਰੀ, ਉਹਨਾਂ ਅੰਦਰ ਵੀ। ਇੱਕ ਜੰਗ ਦੇ ਵਿੱਚ ਉਹਨੇ ਬਾਬਾ ਜੀਆਂ ਦਾ ਸਾਥ ਵੀ ਦਿੱਤਾ, ਉਸ ਭਾਈ ਮਿਲਖਾ ਸਿੰਘ ਨੇ। ਤੋ ਸਾਧ ਸੰਗਤ ਇਹ ਘਰ ਹੈ ਰਾਜੇ ਜੋਗੀਆਂ ਦਾ। ਇੱਥੋਂ ਜੋਗ ਮਿਲਦਾ ਹੈ। ਮਿਲਿਆ ਸੰਤ ਭਾਗ ਸਿੰਘ ਨੂੰ। ਜੋਗ ਦਾ ਮਤਲਬ ਜੁੜਨਾ ਅਕਾਲ ਦੇ ਨਾਲ, ਪ੍ਰਮਾਤਮਾ ਨਾਲ, ਨਿਰੰਕਾਰ ਦੇ ਨਾਲ, ਗੁਰੂ ਨਾਨਕ ਦੇ ਚਰਨਾਂ ਨਾਲ, ਯੋਗ ਦਾ ਭਾਵ। ਤੋ ਸਾਧ ਸੰਗਤ ਇੱਥੋਂ ਯੋਗ ਮਿਲਿਆ ਬਾਬਾ ਸੰਤ ਭਾਗ ਸਿੰਘ ਜੀ ਹੁਣਾਂ ਨੂੰ। ਇੱਥੋਂ ਯੋਗ ਮਿਲਿਆ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਨੂੰ। ਇੱਥੋਂ ਯੋਗ ਮਿਲਿਆ ਸੰਤ ਬਸਤੀ ਰਾਮ ਜੀ ਕਾਰ ਸੇਵਾ ਵਾਹਿਗੁਰੂ। ਤੋ ਸਾਧ ਸੰਗਤ ਏਦਾਂ ਸੇਵਾ ਪੰਥੀ ਮਹਾਂਪੁਰਖ ਕਿੰਨਿਆਂ ਦੇ ਨਾਮ ਇਤਿਹਾਸ ਕਹਿੰਦਾ ਹੈ। ਸਾਧ ਸੰਗਤ ਜਿਨ੍ਹਾਂ ਨੂੰ ਇਸ ਘਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਜੋਗ ਦੇ ਨਾਲ, ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਤੇ ਰਾਜ ਦੀ ਸਾਧ ਸੰਗਤ ਜੇ ਗੱਲ ਕਰੀਏ, ਇੱਕ ਯਾਨੀ ਤੁਸੀਂ ਪ੍ਰਸੰਗ ਪੜਿਆ ਹੋਣਾ ਜਸਵੰਤ ਰਾਓ ਹੁਲਕਰ ਵਾਲਾ, ਹਨਾ? ਤਾਂ ਉਹ ਮਰੱਟਿਆਂ ਤੇ ਕਰਨ ਨੂੰ ਰਾਜ ਭਾਗ ਦੀਆਂ ਬਖਸ਼ਿਸ਼ਾਂ ਵੀ ਇਸ ਘਰ ਤੋਂ ਹੁੰਦੀਆਂ ਰਹੀਆਂ। ਸਰਦਾਰ ਰਣਜੀਤ ਸਿੰਘ ਹੁਣਾਂ ਦੀ ਗੱਲ ਤਾਂ ਆਪਾਂ ਸੁਣਦੇ ਹੀ ਆ। ਜਸਵੰਤ ਰਾਓ ਹੁਲਕਰ ਦੀ ਗੱਲ ਹੈ, ਉਹ ਇਤਿਹਾਸ ਦੇ ਵਿੱਚ ਲਿਖੀ ਹੈ। ਚਲੋ ਕਿਤੇ ਸਮਾਂ ਬਣਿਆ ਮੈਂ ਸੁਣਾਉਂਗਾ, ਆਪ ਜੀਆਂ ਦੇ ਨਾਲ ਸਾਂਝੀ ਕਰਾਂਗੇ। ਤਾਂ ਇਹ ਘਰ ਹੈ, ਇੱਥੋਂ ਰਾਜ ਵੀ ਮਿਲਦਾ, ਇੱਥੋਂ ਜੋਗ ਵੀ ਮਿਲਦਾ, ਇੱਥੋਂ ਬਖਸ਼ਿਸ਼ਾਂ ਮਿਲਦੀਆਂ ਨੇ। ਸੱਚ ਸੰਗਤ ਇਸ ਕਰਕੇ ਮਨ ਦੇ ਚਰਨਾਂ ਦੇ ਵਿੱਚ ਇੱਕ ਵਾਰ ਸਾਰੇ ਝੋਲੀ ਅੱਡ ਕੇ ਕਹੀਏ ਕਿ ਪਾਤਸ਼ਾਹ ਕਿਰਪਾ ਕਰੋ, ਸਾਡੀ ਝੋਲੀ ਭਰ ਦਿਓ ਮਹਾਰਾਜ। ਰੱਖੋ ਰੱਖਨਹਾਰ ਦਇਆਲਾ, ਨਾਨਕ ਕਰਕੇ ਗੋਲੇ ਜੀ। 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 ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜੀਆਂ ਦਾ, ਸਤਿਗੁਰੂ ਜੀ ਦੀ ਅੰਸ ਬੰਸ ਸਤਿਕਾਰਯੋਗ ਬਾਬਾ ਜੀਆਂ ਦਾ, ਆਪ ਸਾਰੀਆਂ ਸਰਬੱਤ ਗੁਰੂ ਕੀਆਂ ਸੰਗਤਾਂ ਦਾ ਔਰ ਗੁਰੂ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੇ ਜੋ ਸਾਰੇ ਪ੍ਰਬੰਧਕ ਵੀਰ ਨੇ, ਸਾਰਿਆਂ ਦਾ ਧੰਨਵਾਦ ਜੀ। ਪ੍ਰੇਮ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।